ਸਾਡਾ ਆਦਰਸ਼ ਜਿਹੜਾ ਵਾ ਸ਼ਹੀਦ ਭਗਤ ਸਿੰਘ ਆ। ਸਾਡਾ ਅੱਜ ਵੀ ਅਸੀਂ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ, ਮੈਂ ਉਹਦੇ 'ਚ ਇਹੋ ਹੀ ਕਿਹਾ ਵਾ ਵੀ ਇਹ ਉਹੋ ਹੀ ਸਾਥੀ ਨੇ ਜਿਹੜੇ 23 ਮਾਰਚ 1931 ਨੂੰ ਸ਼ਹੀਦ ਹੋਏ, ਫਾਂਸੀਆਂ ਦਾ ਰੱਸਾ ਚੁੰਮਿਆ। ਜਿਸ ਟੀਚੇ ਦੇ ਪਿੱਛੇ ਇਹ ਕਿਸਾਨ ਅੰਦੋਲਨ ਹੁਣ ਲੋਕ ਅੰਦੋਲਨ ਬਣ ਗਿਆ, ਲੋਕ ਅੰਦੋਲਨ। ਵੇਖੋ ਆਜ਼ਾਦੀ ਤੋਂ ਬਾਅਦ ਵੀ, ਮੈਂ ਕਹਿੰਦਾ ਆਜ਼ਾਦੀ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਜਿਹੜੇ ਆਜ਼ਾਦੀ ਤੋਂ ਪਹਿਲਾਂ ਵੀ ਅੰਦੋਲਨ ਲੜੇ ਆ ਨਾ, ਉਹ ਖੇਤਰੀ ਅੰਦੋਲਨ ਸਨ। ਇਹ ਮੋਰਚਾ ਨੈਤਿਕ ਆਧਾਰ ਤੇ ਜਿੱਤਿਆ ਜਾ ਚੁੱਕਿਆ, ਇਹ ਮੋਰਚਾ ਸੱਭਿਆਚਾਰ ਤੇ ਜਿੱਤਿਆ ਜਾ ਚੁੱਕਿਆ, ਇਹ ਰਾਜਨੀਤਿਕ ਫਰੰਟ ਤੇ ਮੋਰਚਾ ਜਿੱਤਿਆ ਜਾ ਚੁੱਕਿਆ। ਸਿਰਫ ਤੇ ਸਿਰਫ ਇਹਦਾ ਇੱਕ ਨੋਟੀਫਿਕੇਸ਼ਨ ਰਹਿੰਦੀ ਆ। ਜਿਹੜੇ ਕਾਲੇ ਕਾਨੂੰਨ ਆ, ਇਹਦੀ ਮੈਂ ਬੈਕਗਰਾਉਂਡ ਦੱਸਦਾ ਵਾਂ। ਇਹ 1960 ਦੇ ਵਿੱਚ ਇਹ ਅਮਰੀਕਾ ਸਭ ਤੋਂ ਪਹਿਲਾਂ ਇਹ ਉੱਥੋਂ ਦੇ ਰਾਸ਼ਟਰਪਤੀ ਨੇ ਲਾਗੂ ਕੀਤੇ। ਕਿਹਾ ਕਿ ਜਾਂ ਜ਼ਮੀਨਾਂ ਛੱਡ ਦਿਓ ਜਾਂ ਆਪਣੇ ਕਾਰੋਬਾਰ ਵੱਡੇ ਕਰੋ। ਉਸ ਵੇਲੇ 13% ਲੋਕ ਖੇਤੀਬਾੜੀ ਕਰਦੇ ਸੀ। ਉਸ ਵਕਤ ਦੇ ਵਿੱਚ ਆਬਾਦੀ ਜਿਹੜੀ ਸੀ ਉਸ ਵੇਲੇ 15-16 ਕਰੋੜ ਸੀਗੀ। ਮੈਂ 1950 ਦੀ ਗੱਲ ਕਰਦਾ। ਅੱਜ ਆਬਾਦੀ ਜਿਹੜੀ ਆ 33 ਕਰੋੜ ਆ ਤੇ ਕਿਸਾਨ 1% ਰਹਿ ਗਏ। ਚਾਹੀਦਾ ਇਹ ਸੀ ਉਹਨਾਂ ਦੀ 1% ਦੀ ਹਾਲਤ ਬਿਹਤਰ ਹੋ ਜਾਂਦੀ। ਅੱਜ ਫਾਹ ਲੈਣ ਡੈ ਲੋ। ਇਹ ਵੀ ਚਾਹੁੰਦੇ ਆ ਵੀ 57% ਲੋਕ ਜਿਹੜੇ ਆ ਉਹਦੇ ਚੋਂ ਕੱਢ ਕੇ 38% ਕੀਤੇ ਜਾਣ। ਇਹਦੇ ਨਾਲ ਸ਼ਾਇਦ ਸਾਡਾ ਮਸਲਾ ਹੱਲ ਨਹੀਂ ਹੋਣਾ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਜਿਹੜੇ ਕਾਰਪੋਰੇਟ ਘਰਾਣੇ ਆ, ਇਸ ਕਰਕੇ ਕਾਲੇ ਕਾਨੂੰਨ ਅਜੇ ਰੱਦ ਨਹੀਂ ਕਰ ਰਹੇ। ਕਾਰਪੋਰੇਟ ਘਰਾਣੇ ਵੱਡੀ ਜਿਹੜੀ ਆ, ਜਿਹੜੇ ਵੱਡੇ ਵਪਾਰੀ ਆ, ਉਹ ਸਮਝਦੇ ਵੀ ਆਉਣ ਵਾਲੇ ਸਮੇਂ 'ਚ ਅੰਨ ਦਾ ਕਾਲ ਪੈਣਾ। ਕਿਉਂ ਪੈਣਾ ਵਾ? ਹੜ੍ਹ ਆ ਰਿਹਾ, ਹੜ੍ਹ ਵੱਧ ਗਏ, ਸੋਕੇ ਵੱਧ ਗਏ ਆ, ਵਾਤਾਵਰਣ ਦੀ ਖਰਾਬੀ ਆ ਗਈ ਆ। ਸਾਡੀ ਸਰਮਾਏਦਾਰੀ ਫਸੀ ਪਈ 2008 ਦੀ, ਨਿਕਲ ਨਹੀਂ ਰਹੀ। ਉਹ ਸਮਝਦੇ ਖੇਤੀ ਵਿੱਚੋਂ ਅਸੀਂ ਆਉਣ ਵਾਲੇ ਸਮੇਂ 'ਚ ਕੱਢਾਂਗੇ, ਪਰ ਅਸੀਂ ਇਹ ਹੋਣ ਨਹੀਂ ਦੇਣਾ। ਸੋ ਇਸ ਕਰਕੇ ਐਗਰੋ ਇੰਡਸਟਰੀ ਨੂੰ ਸਟਰੈਂਥਨ ਕੀਤਾ ਜਾਵੇ, ਪਰ ਪਬਲਿਕ ਸੈਕਟਰ, ਪ੍ਰਾਈਵੇਟ ਲੋਕਾਂ ਨੂੰ ਨਾ ਦਿੱਤੀ ਜਾਵੇ, ਕਾਰਪੋਰੇਟ ਨੂੰ। ਸੋ ਇਹ ਇੱਕ ਬੜਾ ਪਿਆਰਾ ਸੈਕਟਰ ਆ। ਇਹਦੇ ਵਿੱਚ ਇੱਕ ਨੌਜਵਾਨ ਬੇਰੁਜ਼ਗਾਰ ਨਹੀਂ ਰਹਿ ਸਕਦਾ। ਮੈਂ ਸ਼ਰਤ ਦਿੰਦਾ ਵੀ ਕਾਰਪੋਰੇਟਾਂ ਨੂੰ ਬਾਹਰ ਕੱਢੋ। ਜਿਹੜੀਆਂ 100 ਕਾਰਪੋਰੇਟ ਅਮਰੀਕਾ ਦੀ ਜ਼ਮੀਨ ਲੈ ਗਈਆਂ, ਅਮਰੀਕਾ ਦਾ ਕਿਸਾਨ ਮਾਰਿਆ ਗਿਆ। ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਵਿੰਦਰ ਸਿੰਘ ਚੱਡਾ। ਸੋ ਅੱਜ ਕਿਸਾਨ ਮੋਰਚੇ ਨੂੰ 11 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਸੋ 26 ਅਕਤੂਬਰ ਔਰ ਅੱਜ ਦੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਇੱਕ ਵਾਰ ਫੇਰ ਸਿੰਘੂ ਬਾਰਡਰ ਦਿੱਲੀ ਪਹੁੰਚਣ, ਔਰ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਵੀ ਨੇ। ਸੋ 11 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਔਰ ਅਗਲੇ ਮਹੀਨੇ 1 ਸਾਲ ਦਾ ਸਮਾਂ ਪੂਰਾ ਹੋ ਜਾਏਗਾ। ਔਰ ਇਸ 11 ਮਹੀਨੇ ਸੰਯੁਕਤ ਕਿਸਾਨ ਮੋਰਚਾ ਲੰਬਾ ਸੰਘਰਸ਼ ਲੜ ਰਿਹਾ ਹੈ। ਸੋ 11 ਮਹੀਨੇ ਕਿਹੜੇ ਔਰ ਕਿਸ ਤਰ੍ਹਾਂ ਨਿਕਲੇ ਕਿਸਾਨ ਮੋਰਚੇ ਦੇ, ਉਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਸਤਨਾਮ ਸਿੰਘ ਅਜਨਾਲਾ। ਸੋ ਉਹਨਾਂ ਦੀ ਪਾਰਟੀ ਦਾ ਮੈਂ ਪਹਿਲਾਂ ਨਾਮ ਦੱਸ ਦੇਣਾ ਚਾਹਾਂਗਾ, ਜਮਹੂਰੀ ਕਿਸਾਨ ਸਭਾ ਪੰਜਾਬ। ਹੁਣ ਉਹਨਾਂ ਨੇ ਨਾਮ ਚੇਂਜ ਕੀਤਾ ਹੈ। ਸੋ ਅਜਨਾਲਾ ਸਾਹਿਬ, ਪਹਿਲਾਂ ਤੁਹਾਡੀ ਪਾਰਟੀ ਦਾ ਕੀ ਨਾਮ ਸੀ ਉਹ ਦੱਸੋ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਜੱਟਾ, ਇਹ ਕਿਸਾਨ ਸਭਾ ਸੀ, ਪਰ ਹੁਣ ਅਸੀਂ ਇਹ ਕੀਤਾ ਵਾ। ਅਸੀਂ ਇਹ ਸਾਡਾ ਆਦਰਸ਼ ਵੀ ਚਾਚਾ ਜੀਤ ਸਿੰਘ ਆ। ਸਾਡਾ ਆਦਰਸ਼ ਜਿਹੜਾ ਵਾ ਸ਼ਹੀਦ ਭਗਤ ਸਿੰਘ ਆ। ਸਾਡਾ ਅੱਜ ਵੀ ਅਸੀਂ ਜਿਹੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ, ਮੈਂ ਉਹਦੇ 'ਚ ਇਹੋ ਹੀ ਕਿਹਾ ਵਾ ਵੀ ਇਹ ਉਹੋ ਹੀ ਸਾਥੀ ਨੇ ਜਿਹੜੇ 23 ਮਾਰਚ 1931 ਨੂੰ ਸ਼ਹੀਦ ਹੋਏ, ਫਾਂਸੀਆਂ ਦਾ ਰੱਸਾ ਚੁੰਮਿਆ। ਇਹ ਵੀ ਸਾਡੇ 5 ਜਿਹੜੇ ਉਹਨਾਂ ਦੇ ਨਾਲ ਜੁੜੇ ਆ। ਇਹ ਜਿਹੜੇ ਪਿਛਲੇ 11 ਮਹੀਨਿਆਂ ਤੋਂ ਸਾਡਾ ਜਿਹੜਾ ਕਿਸਾਨਾਂ ਦਾ ਅੰਦੋਲਨ ਆ, ਹਾੜ ਨਾਲ ਸੌਣੀ ਆਪਣੀ ਹਾੜੀ ਨੂੰ ਕੱਢਦਾ ਹੋਇਆ, ਇਹ ਲੰਮੇ ਪੈਂਡੇ ਕਰਦਾ ਹੋਇਆ, ਚੰਗੀਆਂ ਵੱਡੀਆਂ ਪਲੰਦਾਂ ਮਾਰਦਾ ਹੋਇਆ, ਬਹੁਤ ਸਾਰੀਆਂ ਮੰਗਾਂ ਦੀਆਂ ਪ੍ਰਾਪਤੀਆਂ ਕਰਦਾ ਹੋਇਆ, ਜਿਸ ਟੀਚੇ ਦੇ ਪਿੱਛੇ ਇਹ ਕਿਸਾਨ ਅੰਦੋਲਨ ਹੁਣ ਲੋਕ ਅੰਦੋਲਨ ਬਣ ਗਿਆ, ਲੋਕ ਅੰਦੋਲਨ। ਆਜ਼ਾਦੀ ਤੋਂ ਪਹਿਲਾਂ
ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਨਾਲ ਤੁਸੀਂ ਕਹਿ ਰਹੇ ਪਾਰਟੀ ਨੀਂਹ ਪੱਥਰ ਰੱਖਿਆ ਹੋਇਆ, ਉਹਨਾਂ ਵੱਲੋਂ ਵੀ ਪਗੜੀ ਸੰਭਾਲ ਜੱਟਾ ਅੰਦੋਲਨ ਚਲਾਇਆ ਗਿਆ ਸੀ ਔਰ ਤੁਹਾਨੂੰ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਚੱਲਣ ਵਾਲਾ ਅੰਦੋਲਨ ਇਹ ਹੈ? ਵੇਖੋ, ਆਜ਼ਾਦੀ ਤੋਂ ਬਾਅਦ ਵੀ, ਮੈਂ ਤਾਂ ਕਹਿੰਦਾ ਆਜ਼ਾਦੀ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ, ਜਿਹੜੇ ਆਜ਼ਾਦੀ ਤੋਂ ਪਹਿਲਾਂ ਵੀ ਅੰਦੋਲਨ ਲੜੇ ਆ ਨਾ, ਉਹ ਖੇਤਰੀ ਅੰਦੋਲਨ ਸਨ। ਚਾਚਾ ਅਜੀਤ ਸਿੰਘ ਨੇ ਅੰਦੋਲਨ ਤੇ ਬਹੁਤ ਵੱਡਾ ਹੈ, ਸਾਰੇ ਭਾਰਤ 'ਚ ਉਹਦੀ ਗੂੰਜ ਗਈ, ਪਰ ਉਹ ਵੀ ਖੇਤਰੀ ਅੰਦੋਲਨ ਸੀਗਾ। ਚਨਾਬ ਤੇ ਜੇਹਲਮ ਦੇ ਦਰਿਆ ਦੇ ਵਿੱਚ ਜ਼ਮੀਨਾਂ ਜਿਹੜੀਆਂ ਲੋਕਾਂ ਪੁੱਟ ਕੇ ਬਣਾਈਆਂ ਸਨ, ਜਦੋਂ ਹਰੀਆਂ ਭਰੀਆਂ ਹੋ ਗਈਆਂ, ਨਰਮੇ ਐਡੇ ਐਡੇ ਹੋ ਗਏ, ਉਸ ਵੇਲੇ ਅੰਗਰੇਜ਼ ਬੇਈਮਾਨ ਹੋ ਗਿਆ, ਉਹਨਾਂ ਕੋਲ ਫੇਰ ਖੋਹਣੇ ਲੈਣ ਦਾ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਬਣਾਏ ਸੀ। ਉਹਦੇ ਬਾਅਦ 2 ਸਾਲ ਦੀ ਜੱਦੋ ਜਹਿਦ ਕੀਤੀ ਸੀ। ਸੋ ਅੱਜ ਵੀ ਅਸੀਂ ਉਹਦੇ ਤੋਂ ਊਰਜਾ ਲੈਂਦੇ ਹਾਂ, ਚਾਚਾ ਅਜੀਤ ਤੋਂ, ਉਹਦੀਆਂ ਲੀਹਾਂ 'ਤੇ ਮੋਰਚਾ ਚੱਲ ਰਿਹਾ। ਇਹ ਹੁਣ ਜਨ ਅੰਦੋਲਨ ਬਣ ਗਿਆ। ਇਹਦੇ ਸਾਰੇ ਵਰਗਾਂ ਦੇ ਲੋਕ, ਸਾਰੇ ਵਰਗਾਂ ਦੇ, ਜੇ ਮੈਂ ਗਿਣੂੰਗਾ ਲੰਮਾ ਹੋ ਜਾਊਗਾ, ਇਹਦੇ 'ਚ ਵਰਗਾਂ ਦੇ ਲੋਕ, ਸਾਰਾ ਭਾਰਤ ਦੇਸ਼, ਇਹਦੇ ਸਾਰੇ ਵਿਦੇਸ਼ੀ ਲੋਕ, ਵਿਦੇਸ਼ਾਂ ਦੇ ਵਿੱਚ ਲੋਕਾਂ ਦੇ ਰੋਜ਼ ਸਾਨੂੰ ਆ ਰਿਹਾ, ਉਹ ਸ਼ਾਮਲ ਹੋ ਗਿਆ। ਇਸ ਕਰਕੇ ਮੋਰਚਾ ਇਹ ਸਥਾਈ ਮੋਰਚਾ ਬਣ ਗਿਆ। ਇਹ ਮੋਰਚਾ ਨੈਤਿਕ ਆਧਾਰ 'ਤੇ ਜਿੱਤਿਆ ਜਾ ਚੁੱਕਿਆ, ਇਹ ਮੋਰਚਾ ਸੱਭਿਆਚਾਰ ਤੇ ਜਿੱਤਿਆ ਜਾ ਚੁੱਕਿਆ, ਇਹ ਰਾਜਨੀਤਿਕ ਫਰੰਟ ਤੇ ਮੋਰਚਾ ਜਿੱਤਿਆ ਜਾ ਚੁੱਕਿਆ। ਸਿਰਫ ਤੇ ਸਿਰਫ ਇਹਦਾ ਇੱਕ ਨੋਟੀਫਿਕੇਸ਼ਨ ਰਹਿੰਦੀ ਆ। ਮੈਂ ਐਗਜ਼ਾਮਪਲੀਫਾਈ ਕਰਨਾ ਵਾ, ਕਿਸੇ ਦਾ ਇਮਤਿਹਾਨ ਹੁੰਦਾ ਵਾ, ਪਰਚਾ ਪੈ ਜਾਂਦਾ ਵਾ, ਪਰਚੇ ਦੇ ਨੰਬਰ ਲੱਗ ਜਾਂਦੇ ਆ, ਮਾਸਟਰ ਨੂੰ ਨੰਬਰ ਨਹੀਂ ਦੱਸਦਾ ਜਮਾਤ ਨੂੰ। ਇਹੋ ਹੀ ਆ, ਲੋਕ ਜਿੱਤ ਚੁੱਕੇ ਆ, ਮੋਰਚਾ ਜਿੱਤਿਆ ਗਿਆ ਵਾ। ਸੋ ਇਸ ਕਰਕੇ ਜਿਹੜੇ ਕਾਲੇ ਕਾਨੂੰਨ ਆ, ਇਹਦੀ ਮੈਂ ਬੈਕਗਰਾਊਂਡ ਦੱਸਦਾ ਵਾਂ। ਇਹ 1960 ਦੇ ਵਿੱਚ ਇਹ ਅਮਰੀਕਾ 'ਚ ਸਭ ਤੋਂ ਪਹਿਲਾਂ ਇਹ ਉੱਥੋਂ ਦੇ ਰਾਸ਼ਟਰਪਤੀ ਨੇ ਲਾਗੂ ਕੀਤੇ। ਕਿਹਾ ਕਿ ਜਾਂ ਜ਼ਮੀਨਾਂ ਛੱਡ ਦਿਓ ਜਾਂ ਆਪਣੇ ਕਾਰੋਬਾਰ ਵੱਡੇ ਕਰੋ। ਲੋਕਾਂ ਨੇ ਉਸ ਵੇਲੇ ਕਾਰੋਬਾਰ ਵੱਡੇ ਕਿਤਨਾ ਹੋਣੇ ਸੀਗੇ, ਲੋਕ ਤੇ ਪਹਿਲਾਂ ਹੀ ਕਰਜ਼ੇ ਜਾਲ ਦੇ ਵਿੱਚ ਸੀਗੇ। ਇਹ ਹੁਣ ਇਹ ਹੋਇਆ, ਉਸ ਵੇਲੇ 13% ਲੋਕ ਖੇਤੀਬਾੜੀ ਕਰਦੇ ਸੀ ਅਮਰੀਕਾ ਦੇ ਵਿੱਚ। ਉਸ ਵਕਤ ਦੇ ਵਿੱਚ ਆਬਾਦੀ ਜਿਹੜੀ ਸੀ ਉਸ ਵੇਲੇ 15-16 ਕਰੋੜ ਸੀਗੀ। ਮੈਂ 1950 ਦੀ ਗੱਲ ਕਰਦਾ। ਅੱਜ ਆਬਾਦੀ ਜਿਹੜੀ ਆ 33 ਕਰੋੜ ਆ, ਤੇ ਕਿਸਾਨ 1% ਰਹਿ ਗਿਆ। ਚਾਹੀਦਾ ਇਹ ਸੀ ਉਹਨਾਂ ਦੀ 1% ਦੀ ਹਾਲਤ ਬਿਹਤਰ ਹੋ ਜਾਂਦੀ। ਅੱਜ ਫਾਹ ਲੈਣ ਡੈ ਲੋਕ, ਐਗਰੀਕਲਚਰ ਬੜੀ ਪਿੱਛੇ ਚਲ ਗਈ। ਸਾਡਾ ਜਿਹੜਾ ਭਾਰਤ ਆ, ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਇਹ ਵੀ ਚਾਹੁੰਦੇ ਆ ਵੀ 57% ਲੋਕ ਜਿਹੜੇ ਆ ਉਹਦੇ ਚੋਂ ਕੱਢ ਕੇ 38% ਕੀਤੇ ਜਾਣ। ਇਹਦੇ ਨਾਲ ਸ਼ਾਇਦ ਸਾਡਾ ਮਸਲਾ ਹੱਲ ਹੋ ਜੂ। ਹੱਲ ਨਹੀਂ ਹੋਣਾ। ਇਹ ਸਾਡੇ ਕੋਲ ਬਾਹਰਲਿਆਂ ਯੂਰਪ ਦੀਆਂ ਐਗਜ਼ਾਮਪਲਾਂ ਵਾ, ਆਸਟ੍ਰੇਲੀਆ ਦੀ ਐਗਜ਼ਾਮਪਲ ਆ, ਕੈਨੇਡਾ ਦੀ ਐਗਜ਼ਾਮਪਲ ਆ, ਮੈਂ ਅਮਰੀਕਾ ਦੀ ਐਗਜ਼ਾਮਪਲ ਕਰ ਦਿੱਤੀ ਆ। ਵੱਡੇ ਵੱਡੇ ਫਾਰਮ ਮਾਲ ਦੇ ਨਾਲ ਹੋਇਆ ਕਿ 100 ਵੱਡੀਆਂ ਕੰਪਨੀਆਂ ਕੋ ਸਾਰੇ ਅਮਰੀਕਾ ਦੀ ਜ਼ਮੀਨ ਚਲੇਗੀ। ਪਹਿਲਾਂ ਹੀ ਉੱਥੇ ਖੇਤੀ 17.24% ਖੇਤੀ ਹੋ ਰਹੀ ਆ, ਸਾਡੇ ਇੱਥੇ 57% ਭੋਂ 'ਤੇ ਖੇਤੀ ਹੋ ਰਹੀ ਆ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਜਿਹੜੇ ਕਾਰਪੋਰੇਟ ਘਰਾਣੇ ਆ, ਇਸ ਕਰਕੇ ਕਾਲੇ ਕਾਨੂੰਨ ਅਜੇ ਰੱਦ ਨਹੀਂ ਕਰ ਰਹੇ। ਕਾਰਪੋਰੇਟ ਘਰਾਣੇ, ਵੱਡੀ ਜਿਹੜੀ ਆ, ਜਿਹੜੇ ਵੱਡੇ ਵਪਾਰੀ ਆ, ਉਹ ਸਮਝਦੇ ਵੀ ਆਉਣ ਵਾਲੇ ਸਮੇਂ 'ਚ ਅੰਨ ਦਾ ਕਾਲ ਪੈਣਾ। ਕਿਉਂ ਪੈਣਾ ਵਾ? ਹੜ੍ਹ ਆ ਰਿਹਾ, ਹੜ੍ਹ ਵੱਧ ਗਏ, ਸੋਕੇ ਵੱਧ ਗਏ ਆ, ਵਾਤਾਵਰਣ ਦੀ ਖਰਾਬੀ ਆ ਗਈ ਆ, ਜਿਹੜੇ ਨਾ ਪੈਣ ਵਾਲੇ ਸਮੇਂ 'ਚ ਗਲੇ ਪੈਣ ਡਏ ਆ। ਸੋ ਇਸ ਕਰਕੇ ਉਹ ਸਮਝਦੇ ਵੀ ਸਭ ਤੋਂ ਵੱਡਾ ਕਾਰਕ ਇਸ ਵੇਲੇ ਸਾਡੀ ਸਰਮਾਏਦਾਰੀ ਫਸੀ ਪਈ 2008 ਦੀ, ਨਿਕਲ ਨਹੀਂ ਰਹੀ। ਉਹ ਸਮਝਦੇ ਖੇਤੀ ਵਿੱਚੋਂ ਅਸੀਂ ਆਉਣ ਵਾਲੇ ਸਮੇਂ 'ਚ ਕੱਢਾਂਗੇ, ਪਰ ਅਸੀਂ ਇਹ ਹੋਣ ਨਹੀਂ ਦੇਣਾ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਾਰਪੋਰੇਟ ਘਰਾਣਿਆਂ ਦਾ ਰਾਜ ਹੋਣ ਵਾਲਾ ਹੈ। ਮੈਂ ਅਜੇ ਪਰਸੋਂ ਚੌਥੇ ਇੱਕ ਮਾਲ ਦੇ ਵਿੱਚ ਗਿਆ, ਕੋਈ ਸਮਾਨ ਲਿਆ, ਤਾਂ ਜਿਹੜੀ ਚੀਜ਼ ਬਾਹਰ 5 ਜਾਂ 7 ਰੁਪਈਆਂ ਦੀ ਆਪਾਂ ਲੈ ਸਕਦੇ ਹਾਂ, ਮਾਲ ਦੇ ਵਿੱਚ ਆ ਕੇ ਉਹਨਾਂ ਦਾ MRP ਉਹਨਾਂ ਨੇ ਘੱਟੋ ਘੱਟ 22 ਤੋਂ 25 ਰੁਪਏ ਲਗਾਇਆ ਹੋਇਆ ਹੈ। ਮਤਲਬ ਇਸ ਤਰ੍ਹਾਂ ਹੀ ਹੋਣਾ ਹੈ। ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਵੀ 1% ਵੀ ਬੰਦਾ ਖੇਤੀ ਤੋਂ ਚਲਾ ਗਿਆ, ਹੁਣ ਆਪਣੇ 57% ਹੈ ਹੋਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤਰ੍ਹਾਂ ਦਾ ਮਤਲਬ ਹਰੇਕ ਚੀਜ਼ ਮਹਿੰਗੀ ਹੋ ਜਾਏਗੀ। ਵੇਖੋ ਜੀ, ਇਹ ਜਿਹੜਾ ਖੇਤੀ ਸੈਕਟਰ ਆ ਨਾ, ਇਹਦੀ ਖੇਤੀ, ਮੈਂ ਖੇਤੀ ਮਾਹਰ ਵੀ ਆ, ਖੇਤੀ ਜਿਹੜਾ ਸੈਕਟਰ ਆ ਬੜਾ ਪਿਆਰਾ ਸੈਕਟਰ ਆ। ਇਹ ਸਾਡੇ ਮੁਲਕ ਨੂੰ ਨਿਰੀ ਖੁਰਾਕ ਨਹੀਂ, ਪੌਸ਼ਟਿਕ ਖੁਰਾਕ, ਸਾਡੇ ਮੁਲਕ ਨੂੰ ਪਬਲਿਕ ਵੰਡ ਪ੍ਰਣਾਲੀ, ਮੁਫਤ ਅਨਾਜ ਬਾਬੇ ਨਾਨਕ ਦੀ ਥਾਲੀ ਦੇ ਸਕਦਾ ਜੇ ਇੱਥੇ ਐਗਰੋ ਇੰਡਸਟਰੀ ਲਾਈ ਜਾਵੇ।
ਮੈਂ ਮੱਕੀ ਦੀ ਐਗਜ਼ਾਮਪਲੀਫਾਈ ਕਰਨਾ ਚਾਹੁੰਦਾ। ਮੱਕੀ ਤੋਂ 80 ਕਿਸਮ ਦੇ ਪਦਾਰਥ ਬਣਦੇ ਆ, ਕਣਕ ਤੋਂ 60 ਕਿਸਮ ਦੇ ਪਦਾਰਥ ਬਣਦੇ ਆ, ਬਾਕੀ ਚੀਜ਼ਾਂ ਤੋਂ ਬਣਦੇ ਆ। ਇਹ ਆਪਣੇ ਜਿਹੜੇ ਆ ਮੇਜ਼ ਆ ਨਿਰਾ ਚਾਰਾ ਜਾਂ ਇਹ ਮੱਕੀ ਨਹੀਂ ਪੈਦਾ ਕਰਦੀ। ਗਲੂਕੋਸ ਬਣਾਓ, ਜੋ ਮਰਜ਼ੀ ਕਰੋ। ਉੱਤਰੀ ਕੋਰੀਆ ਗਲੂਕੋਸ ਬਣਾਉਂਦਾ ਮੱਕੀ ਤੋਂ, ਫ੍ਰੀ ਰੋਟੀ ਖਵਾ ਰਿਹਾ ਲੋਕਾਂ ਨੂੰ। ਸੋ ਇਸ ਕਰਕੇ ਐਗਰੋ ਇੰਡਸਟਰੀ ਨੂੰ ਸਟਰੈਂਥਨ ਕੀਤਾ ਜਾਵੇ, ਪਰ ਪਬਲਿਕ ਸੈਕਟਰ ਪ੍ਰਾਈਵੇਟ ਲੋਕਾਂ ਨੂੰ ਨਾ ਦਿੱਤੀ ਜਾਵੇ, ਕਾਰਪੋਰੇਟ ਨੂੰ। ਸੋ ਇਹ ਇੱਕ ਬੜਾ ਪਿਆਰਾ ਸੈਕਟਰ ਆ। ਇਹਦੇ ਵਿੱਚ ਇੱਕ ਨੌਜਵਾਨ ਬੇਰੁਜ਼ਗਾਰ ਨਹੀਂ ਰਹਿ ਸਕਦਾ। ਮੈਂ ਸ਼ਰਤ ਦਿੰਦਾ ਵੀ ਕਾਰਪੋਰੇਟਾਂ ਨੂੰ ਬਾਹਰ ਕੱਢੋ। ਜਿਹੜੀਆਂ 100 ਕਾਰਪੋਰੇਟ ਅਮਰੀਕਾ ਦੀ ਜ਼ਮੀਨ ਲੈ ਗਈਆਂ, ਅਮਰੀਕਾ ਦਾ ਕਿਸਾਨ ਮਾਰਿਆ ਗਿਆ, ਯੂਰਪ ਦਾ ਕਿਸਾਨ ਮਾਰਿਆ ਗਿਆ, ਕੈਨੇਡਾ ਦਾ ਕਿਸਾਨ ਮਾਰਿਆ ਗਿਆ। ਸਾਡੇ ਵੀ ਉਹ ਇੱਥੇ ਇਹੋ ਜਿਹੇ ਬਘਾੜਾਂ ਵਾਂਗੂ ਫਿਰਦੀਆਂ ਨੇ, ਪਰ ਇਹ ਕਿਸਾਨ ਮੋਰਚੇ ਨੇ ਲੋਕਾਂ ਨੂੰ ਦੁਸ਼ਮਣ ਦੀ ਪਛਾਣ ਕਰਾਤੀ। ਨਹੀਂ ਤੇ ਅੱਗੇ ਆਉਂਦੇ ਨੇ ਕਾਂਗਰਸ ਆ ਜੀ, ਅਕਾਲੀ ਆ ਗਏ ਆ ਜੀ, ਸਮਾਜਵਾਦੀ ਪਾਰਟੀ ਆ ਗਈ ਜੀ, ਬਸਪਾ ਆ ਗਈ ਆ ਜੀ, ਇਹ ਫਲਾਣੇ ਆ ਗਏ ਆ। ਹੁਣ ਉਹਨਾਂ ਲੋਕਾਂ ਨੂੰ ਪਤਾ ਲੱਗਾ ਬਘਿਆੜ ਆ ਗਏ। ਸੋ ਇਸ ਕਰਕੇ ਕਾਰਪੋਰੇਟਾਂ ਨੂੰ ਕੱਢਣ ਦੇ ਲਈ ਇਸ ਮੋਰਚੇ ਦੀ ਭੂਮਿਕਾ ਜਿਹੜੀ ਆ ਸਦੀਆਂ ਤੱਕ ਯਾਦ ਰਹੂਗੀ। ਇਹ ਮੋਰਚਾ ਬੜਾ ਪਿਆਰਾ ਮੋਰਚਾ ਵਾ। ਇਸ ਮੋਰਚੇ ਨੂੰ ਲੋਕਾਂ ਨੂੰ ਜੀਵਨ ਜਾਚ ਦੱਸੀ ਹੈ, ਨੌਜਵਾਨਾਂ ਨੂੰ ਕਲਚਰ ਦੱਸਿਆ ਵਾ। ਇਹ ਬਿਲਕੁਲ ਅਜਨਾਲਾ ਸਾਹਿਬ, ਇੱਥੇ ਇੱਕ ਹੋਰ ਗੱਲ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਮੋਰਚੇ ਨੇ ਨੌਜਵਾਨਾਂ ਨੂੰ ਕਲਚਰ ਦੱਸਿਆ, ਸੱਭਿਆਚਾਰ ਦੱਸਿਆ। ਅੱਜ ਦੀ ਗੱਲ ਕਰੀਏ, ਵੱਡੀ ਕਾਲ ਦਿੱਤੀ ਗਈ ਸੀ ਕਿਸਾਨ ਮੋਰਚੇ ਵੱਲੋਂ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਇੱਥੇ ਪਹੁੰਚੋ ਅੱਜ, ਔਰ ਪਹੁੰਚੇ ਵੀ ਨੇ ਲੋਕ। ਪਰ ਕੁਝ ਕਿਸਾਨ ਆਗੂ ਜਿਹੜੇ ਪਿੱਛੇ ਕੁਝ ਗੱਲਾਂ ਹੋਈਆਂ, ਪਾਤੜਾਂ ਦੇ ਵਿੱਚ ਝੋਨੇ ਦੇ ਟਰੱਕ ਲੱਖੇ ਸਿਧਾਣੇ ਵੱਲੋਂ ਰੋਕੇ ਜਾਂਦੇ ਨੇ, ਹੋਰ ਕਈ ਗੱਲਾਂ ਹੋਈਆਂ। ਮਤਲਬ ਕਈ ਕਿਸਾਨ ਆਗੂ ਇੱਕ ਦੂਜੇ ਦੇ ਖਿਲਾਫ ਜਿਹੜੇ ਬਿਆਨ ਆ ਰਹੇ ਨੇ ਬਾਹਰ, ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਵੇਖੋ ਜੀ, ਜਿਹੜਾ ਕਿਸਾਨ ਮੋਰਚਾ ਨਾ ਬੜਾ ਵੱਡਾ ਮੋਰਚਾ, ਇਹ ਤੇ ਏਡਾ ਵੱਡਾ ਵਾ ਜੇ ਮੈਂ ਕਹਾਂ ਨਾ ਵੀ ਇਹਦੀਆਂ ਜੜ੍ਹਾਂ ਪਤਾਲ 'ਚ ਆ, ਬੋਦੀ ਅਸਮਾਨ 'ਚ ਆ, ਹਿਮਾਲਾ ਪਰਬਤ ਤੋਂ ਵੱਡਾ। ਇਹਨੂੰ ਕੋਈ ਐਵੇਂ ਇੱਧਰ ਉੱਧਰ ਨਹੀਂ ਕਰ ਸਕਦਾ। ਸਾਡੀ ਜਮਹੂਰੀ ਕਿਸਾਨ ਸਭਾ ਪੰਜਾਬ, ਮੈਂ ਦੱਸਣਾ ਚਾਹੁੰਦਾ, ਇਹ ਨਹੀਂ ਵੀ ਅਸੀਂ ਇਕੱਲਿਆਂ ਨੇ ਕੋਈ ਸ਼ੇਰ ਮਾਰਤਾ ਵਾ। ਅਸੀਂ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਿਲੀ ਵਾਰਾਂ FCI ਦੀ ਪਰਚੇਜ਼ ਸ਼ੁਰੂ ਕਰਾਈ ਆ। ਨਹੀਂ ਤੇ ਹਰ ਵਾਰੀ ਹੁੰਦਾ ਕੀ ਸੀ, ਉਹ ਪਰਚੇਜ਼ ਦੀ ਕੋਸ਼ਿਸ਼ ਨਹੀਂ ਸੀ ਕਰਦੇ। ਆਣ ਕੇ ਸਾਡੀਆਂ ਮੰਡੀਆਂ 'ਚ ਰੋਪੜ 'ਚ ਲਾਗੇ ਬੰਨੇ ਨੂਰਪੁਰ ਬੇਦੀ ਵਗੈਰਾ ਵੇਚ ਜਾਂਦੇ ਸੀ। ਐਤਕੀ ਉਹਨਾਂ ਦਾ ਹੀ ਐਤਕੀ ਪੰਜਾਬ ਨੇ ਵੜ ਨਹੀਂ ਦਿੱਤੇ, ਕਿਉਂਕਿ ਉਹ ਚਾਹੁੰਦੇ ਵੀ 190 ਲੱਖ ਟਨ ਹੀ ਅਸੀਂ ਝੋਨਾ ਖਰੀਦਣਾ, ਬਾਕੀ ਖਰੀਦਣਾ ਨਹੀਂ ਗਾ। ਅਸੀਂ MSP ਉਹਨਾਂ ਨੂੰ ਦਵਾਤੀ। ਅਸੀਂ MSP ਬਿਹਾਰ ਵਾਲੇ ਹੁਣ ਪਿੱਟਣ ਰਹੇ ਆ। ਸਾਰੇ ਲੋਕ MSP ਦਾ ਸਲੋਗਨ ਦੇ ਕੇ ਇਸ ਮੋਰਚੇ ਨੇ ਮਨੁੱਖਤਾ ਨੂੰ ਬਚਾ ਲਿਆ। ਬਿਲਕੁਲ ਬਿਲਕੁਲ। ਸੋ ਬਿਲਕੁਲ ਕਹਿਣਾ ਅਜਨਾਲਾ ਸਾਹਿਬ ਦਾ ਵੀ ਇਸ ਮੋਰਚੇ ਦੀ ਦੇਣ ਬਹੁਤ ਵੱਡੀ ਰਹੇਗੀ। ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਇਸ ਮੋਰਚੇ ਦੀ ਇੱਕ ਵੱਡੀ ਦੇਣ ਲਿਖੀ ਜਾਏਗੀ ਇਤਿਹਾਸ ਦੇ ਵਿੱਚ। ਸੋ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਕੈਮਰਾ ਪਰਸਨ ਹਰਪਾਲ ਸਿੰਘ ਦੇ ਨਾਲ ਪਰਵਿੰਦਰ ਸਿੰਘ ਚੱਡਾ, ਔਨ 에ਅਰ, ਸਿੰਘੂ ਬਾਰਡਰ, ਦਿੱਲੀ। ਜਵਾਨ ਮੁੰਡਿਆ ਬੜਾ ਸੋਹਣਾ ਨੱਚਦਾ ਮੈਦਾਨ ਮੁੰਡਿਆ, ਆਸ਼ਿਕਾਂ 'ਚ ਆਪਣਾ ਸ਼ੁਮਾਰ ਕਰ ਲੈ, ਪਿਆਰ ਕਰ ਲੈ ਵੇ ਆਜਾ ਪਿਆਰ ਕਰ ਲੈ ਵੇ ਟੱਕ